ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤ ਉਦਰਹਿ ਸੁਣਤੇ ਉਦਰਹਿ, ਬਿਨਸੇ ਪਾਪ ਕਨੇਰੇ। ਪਸ਼ੂ ਪਰੇਤ ਮੁਗਧ ਕੋ ਤਾਰੈ, ਪਾਹਣ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤ ਸਦਾ ਮਨ ਬਿਗਸੈ, ਹਰ ਚਰਣੀ ਮਨ ਲਾਈ ਹੈ। ਹਮ ਮੂਰਖ ਅਗਿਆਨ, ਗਿਆਨ ਕਿਛ ਨਾਹੀ। ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਹੋ ਦਇਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ, ਤਿਨ ਏਕ ਪਛਾਤਾ। ਸਰਬੇ ਰਬ ਰਹਿਆ ਸੁਖ ਦਾਤਾ, ਆਤਮ ਚੀਨ ਪਰਮ ਪਦ ਪਾਇਆ। ਸੇਵਾ ਸੁਰਤ ਸਮਾਈ ਹੈ,
ਜਿਨ ਕੋ ਆਦ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਜਿਨ ਕੋ ਆਦ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਗੱਦੀ ਤੇ ਬਿਰਾਜਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਜੀ, ਭੱਟ ਕੀਰਤ ਜੀ ਬਚਨ ਕਰਦੇ ਹਨ ਕਿ ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਭੱਟ ਕੀਰਤ ਤੇਰੇ ਚਰਨਾਂ 'ਚ ਅਰਦਾਸ ਇੱਕ ਬੇਨਤੀ ਕਰਦਾ ਹੈ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ, ਆਪਣੀ ਸ਼ਰਨ ਵਿੱਚ ਰੱਖਣਾ ਕਰੋ। ਅਤੇ ਉਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰਾਂ ਦੇ ਪਾਵਨ ਅੰਕ 1070 ਤੇ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਕਿਉਂਕਿ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਪਰਸੋਂ ਵਾਲੇ ਦੀਵਾਨਾਂ ਦੇ ਵਿੱਚ 12 ਬੰਦਾਂ ਤੱਕ ਵਿਚਾਰ ਹੋਈ ਸੀ। ਅੱਜ ਸਤਿਗੁਰੂ ਜੀ 13ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਅਤੇ ਉਚਾਰਨ ਕਰੋ ਜੀ ਸਤਨਾਮ।
ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਭਗਤ ਜਨ ਹਨ, ਭਗਤ ਜਿਹਦੇ ਮਨ ਵਿੱਚੋਂ ਮੌਤ ਦਾ ਡਰ ਖਤਮ ਹੋ ਗਿਆ ਹੈ, ਜਿਹਦੇ ਅੰਦਰ ਆਤਮਿਕ ਤੌਰ 'ਤੇ ਗਿਆਨ ਉਤਪੰਨ ਹੋ ਗਿਆ ਹੈ, ਜਿਹਦੇ ਅੰਦਰੋਂ ਗੁਰੂ ਸਵਰ ਤ੍ਰਿਸ਼ਨਾ ਤਮਾ ਇਤਿਆਦਿਕ ਇਹ ਸਾਰੀ ਖਤਮ ਹੋ ਗਈ ਹੈ। ਅਸਲ ਵਿੱਚ ਫਿਰ ਉਹਨੂੰ ਆਖਿਆ ਜਾਂਦਾ ਹੈ ਰੱਬ ਦਾ ਪਿਆਰਾ ਭਗਤ। ਭਗਤ ਅਖਵਾਣਾ ਸੌਖਾ ਹੈ, ਭਗਤ ਬਣਨਾ ਬੜਾ ਔਖਾ ਏ। ਪ੍ਰੇਮਾ ਭਗਤੀ ਕਰਨ ਦੇ ਲਈ ਤੇ ਗੁਰੂ ਸਾਹਿਬ ਵੱਡੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਵੱਡੀਆਂ ਵੱਡੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਏ। ਜਦੋਂ ਆਪਾਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਆ ਨਾ, ਭਗਤ ਸਾਹਿਬਾਨਾਂ ਦੇ ਜੀਵਨ ਨੂੰ ਪੜ੍ਹ ਕੇ ਪਤਾ ਲੱਗਦਾ ਏ ਕਿ ਕਿੰਨੀ ਕਠਿਨਾਈ ਉਹਨਾਂ ਦੇ ਜੀਵਨ ਦੇ ਵਿੱਚ ਸੀ, ਪਰ ਫਿਰ ਵੀ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ, ਮਾਲਕ ਦੀ ਸਿਫਤ ਸਲਾਹ ਕਰਕੇ ਉਸ ਮਾਲਕ ਦੇ ਵਿੱਚ ਉਹ ਭੇਦ ਹੋਏ, ਲੀਨ ਹੋਏ। ਭਗਤਾਂ ਦੇ ਮੁਖ ਵਿੱਚ ਸਤਿਗੁਰੂ ਕਦੇ ਭਗਤ ਜਨ ਕਿਸੇ ਦੀ ਨਿੰਦਿਆ ਕਰਦੇ ਹੈ, ਚੁਗਲੀ ਕਰਦੇ ਹੈ। ਭਗਤ ਜਨ ਪਾਤਸ਼ਾਹ ਕੀ ਬੇਫਜ਼ੂਲ ਗੱਲਾਂ ਬਾਤਾਂ ਕਰਦੇ ਹਨ ਅਤੇ ਗੁਰੂ ਸਾਹਿਬਾਨ ਕਹਿੰਦੇ ਨਹੀਂ ਭਾਈ, ਜਿਹੜੇ ਰੱਬ ਦੇ ਪਿਆਰੇ ਭਗਤ ਜਨ ਹਨ ਉਹਨਾਂ ਦੇ ਮੁਖ ਵਿੱਚ ਤਾਂ ਅੰਮ੍ਰਿਤ ਹੈ। ਅੰਮ੍ਰਿਤ ਕੀ ਹੈ? ਸਤਿਗੁਰਾਂ ਦੀ ਬਾਣੀ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਸਤਿਗੁਰਾਂ ਦੀ ਬਾਣੀ ਹੀ ਅੰਮ੍ਰਿਤ ਹੈ। ਕਹਿੰਦੇ ਜਿਹੜੇ ਮੁੱਖੋਂ ਉਹ ਭਗਤ ਜਨ ਬਚਨ ਕਰਦੇ ਨੇ, ਇੱਕ ਤਰ੍ਹਾਂ ਕਹਿੰਦੇ ਉਹ ਅੰਮ੍ਰਿਤ ਦੀ ਨਿਆਈ ਹਨ। ਜਿਹੜਾ ਉਹਨਾਂ ਬਚਨਾਂ ਨੂੰ ਕਮਾ ਲੈਂਦਾ ਹੈ, ਫਿਰ ਉਹਨਾਂ ਗੁਰਮੁਖਾਂ ਦਾ ਜੀਵਨ ਜਿਹੜਾ ਹੈ ਸਫਲ ਹੋ ਜਾਂਦਾ ਹੈ। ਅਤੇ ਵੱਧ ਤੋਂ ਵੱਧ ਉਹ ਜਿਹੜਾ ਸਮਾਂ ਹੈ ਸਾਸ ਗਰਾਸ ਦੁਆਰਾ ਵਾਹਿਗੁਰੂ 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 ਇੰਝ ਗੁਰੂ ਸਵਾਰੇ ਬਤੀਤ ਕਰਦੇ ਨੇ, ਕਦੇ ਵੀ ਰਸਨਾ ਨੂੰ ਅਜਾਈ ਨਹੀਂ ਜਾਣ ਦਿੰਦੇ ਹਨ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਉਹਨਾਂ ਭਗਤਾਂ ਦੀ ਫਿਰ ਪਰਮੇਸ਼ਰ ਵੀ ਹਰ ਸਮੇਂ ਉਹਨਾਂ ਦੀ ਬਾਂਹ ਪਕੜਦਾ। ਜਦੋਂ ਕੋਈ ਵਿਪਤਾ ਦਾ ਸਮਾਂ ਆਉਂਦਾ, ਔਖਾ ਸਮਾਂ ਆਉਂਦਾ, ਔਖੀ ਘੜੀ ਆਉਂਦੀ ਹੈ, ਅਤੇ ਪਰਮਾਤਮਾ ਅੱਗੇ ਹੋ ਕੇ ਸਹਾਇਤਾ ਕਰਦਾ ਹੈ। ਜਿਹੜੇ ਪ੍ਰੇਮ ਦੇ ਨਾਲ ਉਸ ਮਾਲਕ ਨੂੰ ਚੇਤੇ ਕਰਦੇ ਹਨ, ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਸੇਵਕ ਦੇ ਹਰ ਸਮੇਂ ਉਹ ਨਿਕਟ ਵਰਤੀ ਹੋ ਕੇ ਵਰਤਦਾ, ਸੇਵਕ ਦੀ ਬਾਂਹ ਪਕੜਦਾ ਹੈ। ਜੋ ਸੇਵਕ ਦੇ ਕਾਰਜ ਨੇ, ਕਾਰਜਾਂ ਨੂੰ ਆਪ ਸਵਾਰਦਾ ਹੈ। ਫਿਰ ਸਤਿਗੁਰੂ ਕਹਿੰਦੇ ਨੇ ਆਪਣੇ ਬਾਲਕ ਆਪ ਰੱਖਿਅਣ, ਪਾਰ ਬ੍ਰਹਮ ਗੁਰਦੇਵ। ਕਹਿੰਦੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ, ਭਗਤ ਜਨਾਂ ਨੂੰ, ਗੁਰਮੁਖਾਂ ਨੂੰ ਆਪ ਰੱਖਦਾ। ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਦੀ ਸਹਾਇਤਾ ਕਰਦੇ ਨੇ ਨਾ, ਬੱਚਿਆਂ ਦੀ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ, ਇਸੇ ਤਰ੍ਹਾਂ ਰੱਬ ਪਰਮੇਸ਼ਰ ਅਤੇ ਪਰਮੇਸ਼ਰ ਦੇ ਪਿਆਰੇ ਭਗਤ ਜਨਾਂ ਦੇ ਵਿੱਚ, ਗੁਰਮੁਖਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ। ਇੱਕ ਬਾਲਕ ਦੀ ਨਿਆਈ, ਆਪਣੇ ਬੱਚਿਆਂ ਦੀ ਨਿਆਈ ਪਰਿਪੂਰਨ ਪਰਮਾਤਮਾ ਹਰ ਸਮੇਂ ਆਪਣੇ ਪਿਆਰੇ ਭਗਤਾਂ ਦੀ ਸਹਾਇਤਾ ਕਰਦਾ ਹੈ। ਬਹੁਤ ਸਾਰੇ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੇ ਨੇ। ਜਿਵੇਂ ਗੁਰਬਾਣੀ ਦਾ ਬਚਨ ਹੈ ਸੋਠ ਰਾਗ 'ਚ ਪਾਤਸ਼ਾਹ ਜੀ ਭਗਤ ਦੀ ਪਰਿਭਾਸ਼ਾ ਦੱਸਦੇ ਨੇ। ਭਗਤ ਦੀ ਪਰਿਭਾਸ਼ਾ ਦੱਸ ਕੇ ਸਮਝਾਉਂਦੇ ਨੇ ਕਿ ਪਰਮਾਤਮਾ ਕਿਵੇਂ ਆਪਣੇ ਪਿਆਰੇ ਭਗਤਾਂ ਦੀ ਰੱਖਿਆ ਕਰਦਾ ਹੈ। ਸਤਿਗੁਰੂ ਜੀ ਦਾ ਫਰਮਾਨ
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ। ਹਰਨਾਖਸ ਮਾਰ ਬਚਾਇਆ, ਹਰ ਜੀ ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨ ਆਈ। हे स्वामी मालक जी, तुसां ने प्रहलाद जैसिਆਂ ਦੀ ਅਨੇਕਾਂ ਹੋਰ ਭਗਤ ਹੋਏ ਨੇ ਜਿਨ੍ਹਾਂ ਦੀ ਪਤ ਇੱਜ਼ਤ ਰੱਖਣਾ ਕੀਤੀ ਹੈ, ਤੇ ਭਗਤਾਂ ਦੀ ਪਤ ਇੱਜ਼ਤ ਤੂੰ ਰੱਖਣ ਵਾਲਾ ਹੈ। ਤੇਰੇ ਭਗਤ ਜਨ ਤੇਰੀ ਸ਼ਰਨ ਵਿੱਚ ਆਏ ਨੇ। ਇਹ ਗੁਰੂ ਸਵਾਰੇ ਭਗਤ ਜਨਾਂ ਦਾ ਜੀਵਨ, ਜਦੋਂ ਭਗਤ ਜਨ ਉਸ ਮਾਲਕ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਸਹਾਇਤਾ ਵੀ ਪਰਮੇਸ਼ਰ ਕਰਦਾ ਹੈ। ਉਹਨਾਂ ਦੀ ਰਸਨਾ ਦੇ ਉੱਤੇ ਮਾਲਕ ਵਾਹਿਗੁਰੂ ਆ ਵਸਦਾ ਹੈ। ਇਸ ਕਰਕੇ ਇੱਥੇ ਸਤਿਗੁਰੂ ਜੀ ਕਹਿੰਦੇ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ। ਭਗਤਾਂ ਦੇ ਮੁਖ 'ਚ ਕੀ ਹੈ? ਅੰਮ੍ਰਿਤ ਹੈ ਬਾਣੀ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸਤਿਗੁਰਾਂ ਦੀ ਬਾਣੀ ਹੈ। ਐਵੇਂ ਬੇਫਜ਼ੂਲ ਨਹੀਂ ਬੋਲਦੇ, ਉਹ ਹਰ ਸਮੇਂ ਰਸਨਾ ਨੂੰ ਅਜਾਈ ਨਹੀਂ ਜਾਣ ਰਸਨਾ ਦੇ ਰਾਹੀਂ ਉਸ ਮਾਲਕ ਦਾ ਸਿਮਰਨ ਕਰਦੇ ਹਨ। ਕਾਂਛੀ ਦੀ ਧਰਤੀ ਦੇ ਉੱਤੇ ਵਾਹਿਗੁਰੂ ਕਬੀਰ ਸਾਹਿਬਾਨ ਤੇ ਰਵਿਦਾਸ ਸਾਹਿਬਾਨ ਜੀ ਐਸੇ ਦੋ ਪਿਆਰੇ ਭਗਤ ਹੋਏ ਨੇ ਜਿਨ੍ਹਾਂ ਨੇ ਅਨੰਨ ਭਗਤੀ ਕੀਤੀ। ਅਨੰਨ ਭਗਤੀ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਹੁਣ ਜਦੋਂ ਭਗਤਾਂ ਦਾ ਆਪਾਂ ਜੀਵਨ, ਭਗਤ ਚਾਰ ਪ੍ਰਕਾਰ ਦੇ ਮੰਨੇ ਗਏ ਵਿਦਵਾਨਾਂ ਮੁਤਾਬਕ। ਚਾਰ ਪ੍ਰਕਾਰ ਦੇ ਭਗਤ ਨੇ। ਇੱਕ ਹੁੰਦੇ ਨੇ ਆਰਤ ਭਗਤ, ਅਰਥਾਰਥੀ ਭਗਤ, ਨਿਆਨੀ ਭਗਤ ਤੇ ਅਨੰਨ ਭਗਤ। ਆਰਤ ਤੋਂ ਭਾਵ ਹੈ ਦੁਖੀ ਹੋ ਕੇ ਭਗਤੀ ਕਰਨੀ। ਜੋ ਕਿਸੇ ਪ੍ਰਕਾਰ ਦੁੱਖ ਦਾ ਸਮਾਂ ਆਣਾ, ਔਖੀ ਘੜੀ ਆਣੀ, ਕੋਈ ਸੱਟ ਵੱਜਣੀ ਮਨ ਨੂੰ, ਤੇ ਦੁਖੀ ਹੋ ਕੇ ਪ੍ਰੇਮਾ ਭਗਤੀ ਕਰਨੀ ਤੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਣਾ। ਜਿਵੇਂ ਧਰੂਦੇਵ, ਉਹਦੇ ਪਿਤਾ ਮਾਂ ਜਿਹੜੀ ਮਤਰੇਈ ਮਾਂ ਸੀ, ਮੁੱਖ ਉੱਤੇ ਚਪੇੜ ਮਾਰੀ ਸੀ। ਆਪਣੇ ਪਿਤਾ ਉਥਾਨਪਰ ਦੀ ਗੋਦ ਵਿੱਚ ਬੈਠਾ ਹੋਇਆ ਤੇ ਮਤਰੇਈ ਨੇ ਆ ਕੇ ਚਪੇੜ ਮਾਰੀ, ਕਹਿਣ ਲੱਗੀ ਜੇ ਆਪਣੇ ਪਿਤਾ ਦੀ ਗੋਦ ਦਾ ਸੁੱਖ ਲੈਣਾ ਸੀ ਨਾ, ਮੇਰੀ ਕੁੱਖੋਂ ਜਨਮ ਲੈਣਾ ਸੀ। ਇੱਥੋਂ ਸੱਟ ਲੱਗੀ, ਆਪਣੀ ਮਾਂ ਨੂੰ ਜਾ ਕੇ ਮਿਲਿਆ। ਮਾਂ ਪੁੱਛਣ ਲੱਗਿਆ ਕਿ ਮਾਂ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਜੇ ਮਾਂ ਸਿਆਣੀ ਸੀ, ਮਾਂ ਕਹਿਣ ਲੱਗੀ ਪੁੱਤਰ ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤ ਪਨੀਤਾ। ਕਿ ਪਰਮੇਸ਼ਰ ਦੀ ਆਰਾਧਨਾ ਕਰ। ਪਰਮੇਸ਼ਰ ਦੀ ਆਰਾਧਨਾ ਕਰਨ ਦੇ ਨਾਲ ਰਾਜ ਭਾਗ ਵੀ ਮਿਲ ਜਾਵੇਗਾ, ਜਿੰਦ ਵੀ ਪਵਿੱਤਰ ਹੋ ਜਾਵੇਗੀ। ਤੇ ਮਾਂ ਨੇ ਸਿੱਖਿਆ ਦਿੱਤੀ, ਧਰੂ ਜੀ ਨੇ ਬੰਦਗੀ ਕੀਤੀ। ਜਿੱਥੇ ਗੁਰੂ ਸਾਹਿਬ ਪ੍ਰੇਮਾ ਭਗਤੀ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਉੱਥੇ ਕਈ ਹਜ਼ਾਰ ਸਾਲ ਧਰੂ ਜੀ ਨੇ ਫਿਰ ਰਾਜ ਭਾਗ ਭੋਗਣਾ ਕੀਤਾ। ਆਰਤ ਭਗਤ ਦੁਖੀ ਹੋ ਕੇ ਭਗਤੀ ਕਰਨੀ, ਤੇ ਅਰਥੀ ਭਗਤ ਮਾਇਆ ਦੀ ਪ੍ਰਾਪਤੀ ਲਈ ਪਰਮੇਸ਼ਰ ਦੀ ਆਰਾਧਨਾ ਕਰਨੀ। ਮਨ ਵਿੱਚ ਪ੍ਰੇਮ ਹੈ, ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰ ਰਿਹਾ, ਪਰਮੇਸ਼ਰ ਦੇ ਪ੍ਰਤੀ ਪ੍ਰੇਮ ਹੈ, ਪਰ ਇੱਛਾ ਰੱਖੀ ਹੈ ਕਿ ਮਨ 'ਚ ਕਿ ਮੈਨੂੰ ਮਾਇਆ, ਮੇਰੀ ਗਰੀਬੀ ਦੂਰ ਹੋ ਜਾਵੇ। ਸੁਦਾਮੇ ਜੈਸਿਆਂ ਨੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੂੰ ਆਰਾਧਨਾ ਕੀਤਾ, ਕ੍ਰਿਸ਼ਨ ਜੀ ਦੇ ਕੋਲ ਗਏ ਨੇ ਤੇ ਗੁਰੂ ਸਵਾਰੇ ਪਰ ਮੰਗ ਨਹੀਂ ਸਕੇ। ਘਰ ਵਿੱਚ ਅੱਤ ਦੀ ਗਰੀਬੀ ਸੀ, ਬੱਚੇ ਸੀ, ਮਸਾਂ ਹੀ ਗੁਜ਼ਰਾਨ ਹੁੰਦਾ ਸੀ, ਪਰ ਮੰਗ ਨਹੀਂ ਸਕੇ। ਤੇ ਜਦੋਂ ਵਾਪਸ ਮੁੜੇ ਨੇ ਕ੍ਰਿਸ਼ਨ ਜੀ ਦੇ ਕੋਲੋਂ, ਤੇ ਘਰ ਵਿੱਚ 36 ਪ੍ਰਕਾਰ ਦੇ ਪਕਵਾਨ ਆ ਗਏ। ਇਹ ਹੈ ਆਰਤ। ਇਸ ਤਰ੍ਹਾਂ ਅਰਥੀ ਮਾਇਆ ਨੂੰ ਪ੍ਰਾਪਤ ਕਰਨ ਲਈ ਪਰਮੇਸ਼ਰ ਦੀ ਬੰਦਗੀ ਕਰਨੀ। ਤੇ ਤੀਜੇ ਨੇ ਨਿਆਨੀ ਭਗਤ, ਗਿਆਨਵਾਨ ਭਗਤ, ਜਿਨ੍ਹਾਂ ਕੋਲ ਗਿਆਨ ਵੀ ਹੈ, ਦੁਨਿਆਵੀ ਗਿਆਨ ਵੀ ਹੈ, ਪਰਮਾਰਥੀ ਗਿਆਨ ਵੀ ਹੈ, ਦੋਨੋਂ ਗਿਆਨ ਜਿਨ੍ਹਾਂ ਕੋਲ ਹੈ। ਉਹਨਾਂ ਵਿੱਚ ਆਪਾਂ ਜੇ ਗੁਰਮਤ ਦੀ ਗੱਲ ਕਰੀ, ਗੁਰਮਤ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੈਸੇ
ਭਾਈ ਸਾਹਿਬ ਭਾਈ ਗੁਰਦਾਸ ਜੈਸੇ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁੰਜੀ ਆਖਿਆ ਗਿਆ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤੇ ਸੀ। ਕਹਿਣ ਲੱਗੇ, ਭਾਈ ਗੁਰਦਾਸ ਜੀ, ਤੁਹਾਡੀ ਬਾਣੀ ਕੁੰਜੀ ਹੈ। ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਣਾ ਨਾ, ਸਤਿਗੁਰ ਦੀ ਬਾਣੀ ਸਮਝਣੀ ਹੈ, ਉਹ ਫਿਰ ਭਾਈ ਗੁਰਦਾਸ ਦੀਆਂ 12 ਪੜ੍ਹੇ, ਭਾਈ ਗੁਰਦਾਸ ਦੇ ਕਵਿੱਤ ਪੜ੍ਹਨ, ਭਾਈ ਗੁਰਦਾਸ ਦੇ ਸਵਈਏ ਪੜ੍ਹਨ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਸਮਝ ਆਉਣੀ ਹੈ। ਅਤੇ ਇਸ ਕਰਕੇ ਇਹ ਨੇ ਜਿਹੜੇ ਆਪਾਂ ਕਹਿ ਦਈਏ ਕਿ ਜਿਹੜੇ ਨਿਆਨੀ ਭਗਤ ਹੋ ਗਏ ਨੇ। ਅਤੇ ਚੌਥੇ ਨੇ ਅਨਨ ਭਗਤ। ਅਨਨ ਭਗਤਾਂ ਵਿੱਚ ਨਾਮਦੇਵ ਜੀ ਆ ਜਾਂਦੇ ਨੇ, ਰਵਿਦਾਸ ਜੀ ਆ ਜਾਂਦੇ ਨੇ, ਕਬੀਰ ਜੀ ਆ ਜਾਂਦੇ ਨੇ, ਹੋਰ ਅਨੇਕਾਂ ਭਗਤ ਆ ਜਾਂਦੇ ਨੇ। ਇਹਨਾਂ ਪ੍ਰੇਮ ਵਿੱਚ ਮਗਨ ਹੋ ਕੇ ਪਰਮੇਸ਼ਰ ਦੀ ਅਰਾਧਨਾ ਕੀਤੀ। ਜੋ ਪਰਮਾਤਮਾ ਨੇ ਦਿੱਤਾ, ਗਰੀਬੀ ਦਿੱਤੀ, ਅਮੀਰੀ ਦਿੱਤੀ, ਅਤੇ ਬਸ ਪਰਮੇਸ਼ਰ ਦਾ ਸ਼ੁਕਰ ਹੀ ਕੀਤਾ, ਮੰਗਿਆ ਨਹੀਂ। ਜੇਕਰ ਰਵਿਦਾਸ ਜੀ ਕੋਲ ਗੁਰੂ ਸਵਾਰੇ ਪਰਮੇਸ਼ਰ ਸ਼ਾਹੂਕਾਰ ਦਾ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਆਉਂਦਾ ਏ, ਪਾਰਸ ਦਿੰਦਾ ਹੈ, ਪਾਰਸ ਦੀ ਬੱਟੀ, ਅਤੇ ਆਖਦਾ ਕਿ ਇਹਨੂੰ ਜਦੋਂ ਤੂੰ ਆਪਣੇ ਕਿਸੇ ਵੀ ਲੋਹੇ ਨਾਲ ਲਾਵੇਗਾ ਸੋਨਾ ਬਣ ਜਾਵੇਗਾ। ਅਤੇ ਕਹਿਣ ਲੱਗੇ, ਜਿੱਤ ਆਪ ਇਹਨੂੰ ਮੇਰੀ ਲੋੜ ਨਹੀਂ ਹੈ, ਮੈਨੂੰ ਨਹੀਂ ਲੋੜ ਇਹਦੀ। ਕਹਿਣ ਲੱਗੇ, ਨਹੀਂ ਤੁਹਾਨੂੰ ਦੇਣੀ ਹੈ ਮੈਂ। ਕਹਿਣ ਲੱਗੇ, ਜਦੋਂ ਮੈਂ ਬਾਅਦ ਵਿੱਚ ਵਾਪਸ ਲੈ ਜਾਵਾਂਗਾ। ਅਤੇ ਅੱਗੋਂ ਰਵਿਦਾਸ ਜੀ ਆਖਣ ਲੱਗੇ, ਫਲਾਣੀ ਥਾਂ 'ਤੇ ਜਾ ਕੇ ਰੱਖ ਦੇ। ਛੱਪਰੀ ਵਿੱਚ ਰੱਖ ਦਿੱਤੀ ਗਈ। 1 ਸਾਲ ਬਾਅਦ ਫੇਰ ਆਇਆ, ਉਹੀ ਛੱਪਰੀ, ਉੱਥੇ ਹੀ ਰਵਿਦਾਸ ਜੁੱਤੀਆਂ ਕੱਢਦੇ ਨੇ। ਅਤੇ ਗੁਰੂ ਸਵਾਰਿਓ ਦੇਖ ਕੇ ਹੈਰਾਨ ਹੋ ਗਿਆ। ਸੋ ਕਹਿਣ ਦਾ ਭਾਵ ਹੈ ਕਿ ਇਹੋ ਜਿਹੇ ਪਿਆਰੇ ਭਗਤ ਜਿਨ੍ਹਾਂ ਨੇ ਪ੍ਰੇਮ ਦੇ ਵਿੱਚ ਮਗਨ ਹੋ ਕੇ ਉਸ ਮਾਲਕ ਦੀ ਅਰਾਧਨਾ ਕੀਤੀ, ਜਿਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ ਕਿ ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨ ਮੇਟੈ ਪਾਈ। ਕਹਿੰਦੇ ਦੇਖੋ, ਜਿਹੜਾ ਨਾਮਾ ਸ਼ੀਂਬਾ, ਸ਼ੀਂਬਾ ਜਾਤੀ ਨਾਲ ਸੰਬੰਧ ਨਾਮਦੇਵ ਜੀ, ਕਬੀਰ ਜੀ ਜੁਲਾਹਾ ਜਾਤੀ ਨਾਲ ਸੰਬੰਧਿਤ, ਪੂਰੇ ਗੁਰੂ ਦੇ ਲੜ ਲੱਗੇ, ਗਤ ਮੁਕਤੀ ਪ੍ਰਾਪਤ ਕਰ ਲਈ, ਪਰਮੇਸ਼ਰ ਦੀ ਅਰਾਧਨਾ ਕਰਨ ਲੱਗੇ। ਅਤੇ ਐਸੀ ਅਵਸਥਾ ਬਣ ਗਈ ਕਿ ਬ੍ਰਹਮ ਨੂੰ ਜਾਣਨ ਵਾਲੇ ਬਣ ਗਏ, ਬ੍ਰਹਮ ਕੇ ਬੇਤੇ ਜਾਣਨ ਵਾਲੇ ਬਣ ਗਏ। ਕਿਵੇਂ ਜਾਣਿਆ? ਸ਼ਬਦ ਪਛਾਣਿਆ, ਗੁਰੂ ਦੇ ਸ਼ਬਦ ਨਾਲ ਹੀ ਪਹਿਚਾਨਣਾ ਕੀਤਾ। ਕਹਿੰਦੇ ਅੱਜ ਉਹਨਾਂ ਦੀ ਮਹਿਮਾ ਇੰਨੀ ਹੋ ਰਹੀ ਹੈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨਾ ਮਿਟੈ ਭਾਈ। ਸੁਰ ਦੇਵਤੇ ਨਰ ਮਨੁੱਖ ਸਾਰੇ ਉਹਨਾਂ ਭਗਤਾਂ ਸਾਹਿਬਾਨਾਂ ਦੀ ਬਾਣੀ ਗਾ ਰਹੇ ਨੇ, ਸਿਫਤਸਲਾਹ ਕਰ ਰਹੇ ਹਨ। ਉਹਨਾਂ ਦੀ ਮਹਿਮਾ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ। ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਅਤੇ ਰਹਿੰਦੀ ਦੁਨੀਆ ਤੱਕ ਇਹਨਾਂ ਪਿਆਰੇ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਰਹੇਗੀ। ਜਿੱਥੇ ਸਤਿਗੁਰ ਦੀ ਬਾਣੀ ਪੜ੍ਹੀ ਜਾਵੇਗੀ, ਨਾਲ ਭਗਤ ਸਾਹਿਬਾਨਾਂ ਦੀ ਬਾਣੀ ਵੀ ਪੜ੍ਹੀ ਜਾਵੇਗੀ। ਇਹ ਹੈ ਵਡਿਆਈ, ਜਿਹਨੂੰ ਸਤਿਗੁਰੂ ਜੀ ਨੇ ਆਪਣੇ ਬਣਾਇਆ ਨਾ, ਫਿਰ ਆਪਣੇ ਗਲ ਨਾਲ ਲਾ ਲਿਆ, ਛੱਡਿਆ ਨਹੀਂ ਦੁਬਾਰਾ। ਜਿਹੜੇ ਦੁਨਿਆਵੀ ਜਿਹੜੇ ਗੁਰੂ ਨੇ ਨਾ, ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਪ੍ਰੋਪਰਤਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਲੋਕ ਦਿਖਾਵੇ ਤੇ ਗਲ ਨਾਲ ਲਾਉਂਦੇ ਨੇ, ਪਰ ਜਦੋਂ ਬਿਪਤਾ ਆਉਂਦੀ ਹੈ ਨਾ, ਬਿਪਤਾ ਸਮੇਂ ਛੱਡ ਦਿੰਦੇ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਨੇ ਇੱਕ ਵਾਰੀ ਆਪਣੇ ਗਲ ਨਾਲ ਲਾ ਲਿਆ, ਆਪਣੇ ਬਰੋਬਰ ਬਿਠਾ ਲਿਆ, ਅਤੇ ਆਖ ਦਿੱਤਾ ਕਿ ਨਹੀਂ, ਹੁਣ ਤੁਹਾਨੂੰ ਰਹਿੰਦੀ ਦੁਨੀਆ ਤੱਕ ਕੋਈ ਉਠਾ ਨਹੀਂ ਸਕਦਾ ਹੈ। ਰਹਿੰਦੀ ਦੁਨੀਆ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਰਹਿੰਦੀ ਦੁਨੀਆ ਤੱਕ ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਸਤਿਗੁਰਾਂ ਵਿੱਚ ਦਰਜ, ਅਤੇ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਆਵਾਜ਼ ਬੁਲੰਦ ਰਹੇਗੀ। ਜਿਹੜੇ ਸਾਡੇ ਮਾਰਗਦਰਸ਼ੀ ਹੈ ਸਤਿਗੁਰ ਦੀ ਬਾਣੀ, ਭਗਤ ਸਾਹਿਬ ਮਾਰਗਦਰਸ਼ੀ, ਜਿਹਨੂੰ ਆਪਾਂ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਸਹੀ ਮਾਰਗ 'ਤੇ ਲਿਜਾ ਸਕਦੇ ਹਾਂ। ਸੋ ਸਤਿਗੁਰੂ ਜੀ ਵਚਨ ਕਰਦੇ ਨੇ। ਇਹੋ ਜਿਹੇ ਆਪਾਂ ਗੱਲ ਕਰੀਏ ਭਗਤ ਰਵਿਦਾਸ ਜੀ ਦੀ,
ਭਗਤ ਰਵਿਦਾਸ ਸਾਹਿਬਾਨ ਜੀ ਜਦੋਂ ਕਾਂਛੀ ਦੀ ਪੁਰੀ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ, ਕੁਦਰਤੀ ਤੌਰ 'ਤੇ ਜਦੋਂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰੀਏ, ਸੰਸਾਰ ਦੇ ਵਿੱਚ ਉਸ ਮਨੁੱਖ ਨੂੰ ਫਿਰ ਵਡਿਆਈ ਮਿਲਦੀ ਹੈ, ਮਾਣ ਸਨਮਾਨ ਮਿਲਦਾ। ਇੱਥੋਂ ਤੱਕ ਰਾਣੀ ਝਾਲਾਬਾਈ ਜੈਸੀ ਵੀ ਉਹ ਵੀ ਭਗਤ ਰਵਿਦਾਸ ਸਾਹਿਬਾਨ ਜੀ ਦੇ ਚਰਨਾਂ 'ਚ ਆ ਕੇ ਸਜਦਾ ਕਰਦੀ ਹੈ, ਨਮਸਕਾਰ ਕਰਦੀ ਹੈ, ਆਪਣਾ ਗੁਰੂ ਧਾਰਨ ਕਰਦੀ ਹੈ। ਇਹ ਜਦੋਂ ਪਾਂਡੇ ਲੋਕਾਂ ਨੂੰ ਪਤਾ ਲੱਗਿਆ, ਪਾਂਡੇ ਲੋਕ ਈਰਖਾ ਕਰਨ ਲੱਗੇ। ਘਰ ਘਰ ਦੇ ਵਿੱਚ ਭਗਤ ਰਵਿਦਾਸ ਸਾਹਿਬਾਨ ਜੀ ਦੀ ਮਹਿਮਾ ਵਡਿਆਈ ਹੋ ਰਹੀ ਹੈ। ਕਹਿੰਦੇ ਨੇ ਉਸੇ ਹੀ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਸੀ, ਅਤੇ ਉਹ ਸ਼ਾਹੂਕਾਰ ਨੇ ਜਦੋਂ ਭਗਤ ਸਾਹਿਬਾਨ ਜੀ ਦੀ ਮਹਿਮਾ ਵਡਿਆਈ ਸੁਣੀ ਹੈ ਅਤੇ ਮਨ 'ਚ ਵਿਚਾਰ ਆਈ ਕਿ ਮਨਾ ਮੈਂ ਵੀ ਭਗਤ ਰਵਿਦਾਸ ਸਾਹਿਬਾਨ ਜੀ ਪਾਸੋਂ ਨਾਮ ਦੀ ਦਾਤ ਲੈਣਾ ਕਰਾਂ। ਕਈਆਂ ਨੇ ਭਗਤ ਪੀਪੇ ਜੀ ਦਾ ਨਾਮ ਲਿਖਣਾ ਕੀਤਾ ਹੈ ਕਿ ਭਗਤ ਪੀਪਾ ਜੀ ਸ਼ਾਹੂਕਾਰ ਸੀ। ਅਤੇ ਕਹਿੰਦੇ ਨੇ ਜਦੋਂ ਮਨ 'ਚ ਵਿਚਾਰ ਆਈ ਹੈ, ਆਪਣੀ ਇੱਕ ਥਾਲ ਦੇ ਵਿੱਚ ਨੌਕਰ ਨੂੰ ਨਾਲ ਲਿਆ, ਥਾਲ ਵਿੱਚ ਸੋਨਾ ਚਾਂਦੀ ਇਤਿਆਦਿਕ ਰੱਖਿਆ, ਮਾਇਆ ਰੱਖੀ ਹੈ, ਰੁਮਾਲ ਨਾਲ ਢੱਕਿਆ ਅਤੇ ਭਗਤ ਸਾਹਿਬਾਨ ਜੀ ਦੇ ਕੋਲ ਆ ਗਿਆ। ਛਪਰੀ ਦੇ ਕੋਲ ਅੱਗੇ ਬੈਠੇ ਨੇ, ਵਿਹੜੇ ਦੇ ਵਿੱਚ ਜੁੱਤੀਆਂ ਗੰਢ ਰਹੇ ਨੇ। ਜਿਹੜਾ ਗੰਧਲਾ ਪਾਣੀ ਹੈ, ਜਿਹਦੇ ਚਮੜੇ ਨੂੰ ਧੋਤਾ ਜਾਂ ਸਾਫ਼ ਕੀਤਾ ਜਾਂਦਾ, ਉਸ ਇੱਕ ਬਰਤਨ ਦੇ ਵਿੱਚ ਪਾਇਆ ਹੋਇਆ। ਇਹਨਾਂ ਜਾ ਕੇ ਨਮਸਕਾਰ ਕੀਤੀ, ਮਾਇਆ ਰੱਖੀ, ਮੱਥਾ ਟੇਕਿਆ ਅਤੇ ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ ਕਿ ਮੈਨੂੰ ਨਾਮ ਦੀ ਦਾਤ ਦੇਣਾ ਕਰੋ। ਭਗਤ ਰਵਿਦਾਸ ਜੀ ਕਹਿਣ ਲੱਗੇ ਸੋਨੇ ਚਾਂਦੀ ਦੇ ਰਾਹੀਂ ਪਰਮੇਸ਼ਰ ਦੀ ਰਿਸ਼ ਦਾ ਨਾਮ ਨਹੀਂ ਪ੍ਰਾਪਤ ਹੁੰਦਾ ਹੈ। ਸੋਨੇ ਚਾਂਦੀ ਨਾਲ ਨਾਮ ਨਹੀਂ ਖਰੀਦਿਆ ਜਾ ਸਕਦਾ ਹੈ, ਇਹਨੂੰ ਚੁੱਕਣਾ ਕਰ। ਕਹਿਣ ਲੱਗਿਆ ਨਾਮ ਦੀ ਦਾਤ ਦੇਵੋ। ਅਤੇ ਕਹਿੰਦੇ ਭਗਤ ਰਵਿਦਾਸ ਸਾਹਿਬਾਨ ਜੀ ਉਸ ਸਮੇਂ ਜਿਹੜਾ ਉਹ ਗੰਧਲਾ ਪਾਣੀ ਸੀ, ਚਮੜੇ ਵਾਲਾ ਪਾਣੀ, ਉਸ ਜਲ ਨੂੰ ਬੁੱਕਾਂ ਵਿੱਚ ਭਰ ਕੇ ਇਸ ਤਰ੍ਹਾਂ ਤਾਂ ਨੂੰ ਚੁੱਕਦੇ ਨੇ, ਫਿਰ ਉਸ ਬਰਤਨ 'ਚ ਪਾ ਦਿੰਦੇ ਨੇ, ਫਿਰ ਚੁੱਕਦੇ ਨੇ, ਫਿਰ ਬਰਤਨ 'ਚ ਪਾਉਂਦੇ ਨੇ। ਜਦੋਂ ਸ਼ਾਹੂਕਾਰ ਨੇ ਦੂਜੀ ਵਾਰੀ ਆਖਿਆ ਕਿ ਨਾਮ ਦੀ ਦਾਤ ਦੇਣਾ ਕਰੋ, ਚੁੱਪ ਰਹੇ, ਕੁਝ ਨਹੀਂ ਬੋਲੇ। ਜੋ ਤੀਜੀ ਵਾਰੀ ਆਖਿਆ, ਕਹਿੰਦੇ ਇੱਕ ਬੁੱਕ ਭਰਿਆ, ਕਹਿਣ ਲੱਗੇ ਲੈ ਭਾਈ ਨੂੰ ਛਕਣਾ ਕਰ। ਹੁਣ ਜਦੋਂ ਗੰਧਲਾ ਪਾਣੀ ਦੇਖਿਆ, ਚਮੜੇ ਵਾਲਾ ਪਾਣੀ, ਅਤੇ ਮਨ ਵਿੱਚ ਗਿਲਾਨ ਪੈਦਾ ਹੋਈ ਕਿ ਮੈਂ ਤਾਂ ਆਇਆ ਸੀ ਰਵਿਦਾਸ ਜੀ ਕੋਲੋਂ ਨਾਮ ਦੀ ਦਾਤ ਲੈਣ ਵਾਸਤੇ, ਪਰ ਰਵਿਦਾਸ ਸਾਹਿਬਾਨ ਜੀ ਨੇ ਤਾਂ ਮੇਰੇ ਨਾਲ ਬੜਾ ਕੋਝਾ ਮਜ਼ਾਕ ਕੀਤਾ ਹੈ, ਮੈਨੂੰ ਗੰਧਲਾ ਚਮੜੇ ਦਾ ਪਾਣੀ ਦੇਣਾ ਕੀਤਾ। ਭਗਤ ਜੀ ਕਹਿਣ ਲੱਗੇ ਕਿ ਭਾਈ ਇਹ ਛਕਣਾ ਕਰ, ਤੇਰੇ ਉੱਤੇ ਮਾਲਕ ਦੀ ਕਿਰਪਾ ਹੋ ਜਾਵੇਗੀ, ਰਹਿਮਤ ਹੋ ਜਾਵੇਗੀ। ਹੁਣ ਮਨ 'ਚ ਗਿਲਾਨ ਪੈਦਾ ਹੋਈ। ਕਹਿੰਦੇ ਉਸ ਅੰਮ੍ਰਿਤ ਜਿਹੜਾ ਸੀ ਉਹਨੂੰ ਆਪਣੇ ਬੁੱਕ 'ਚ ਪਾਇਆ, ਪਿਛਲੇ ਪਾਸੇ ਨੂੰ ਹੱਥ ਕੀਤੇ, ਹੱਥ ਕਰਕੇ ਉਹ ਜਲ ਧਰਤੀ ਉੱਤੇ ਸੁੱਟ ਦਿੱਤਾ। ਧਰਤੀ ਉੱਤੇ ਜਲ ਸੁੱਟਿਆ ਅਤੇ ਮੱਥਾ ਟੇਕ ਕੇ ਨਿਰਾਸ਼ ਹੋ ਕੇ ਵਾਪਸ ਆ ਗਿਆ ਕਿ ਮਨਾ ਮੇਰੇ ਨਾਲ ਕਿੱਡਾ ਵੱਡਾ ਮਜ਼ਾਕ ਕੀਤਾ। ਹੁਣ ਜਦੋਂ ਘਰ ਦੇ ਵਿੱਚ ਨੌਕਰਾਣੀ ਹੈ, ਨੌਕਰਾਣੀ ਭਗਤ ਰਵਿਦਾਸ, ਜਦੋਂ ਨੌਕਰਾਣੀ ਨੇ ਸ਼ਾਹੂਕਾਰ ਨੇ ਵਸਤਰ ਉਤਾਰੇ, ਉਹ ਵਸਤਰ ਧੋ ਰਹੀ ਹੈ। ਚਮੜੇ ਦੇ ਦਾਗ ਉਸ ਵਸਤਰ ਉੱਤੇ ਪਏ ਹੋਏ ਨੇ, ਅਤੇ ਉਸ ਦਾਗ ਨੂੰ ਅਖੋੜਨ ਦੀ ਕੋਸ਼ਿਸ਼ ਕਰਦੀ ਹੈ, ਲਾਹੁਣ ਦੀ ਕੋਸ਼ਿਸ਼ ਕਰਦੀ ਹੈ, ਪਰ ਦਾਗ ਨਹੀਂ ਮਿਟ ਰਿਹਾ। ਹੁਣ ਸੋਚਦੀ ਹੈ ਕਰਾਂ ਕੀ, ਜੇ ਵਸਤਰ ਨੂੰ ਦਾਗ ਰਹਿ ਗਿਆ ਅਤੇ ਸ਼ਾਹੂਕਾਰ ਨੇ ਮੈਨੂੰ ਨੌਕਰੀ 'ਚੋਂ ਕੱਢ ਦੇਣਾ, ਨੌਕਰੀ 'ਚੋਂ ਕੱਢ ਦੇਵੇਗਾ ਅਤੇ ਮੇਰੇ ਬੱਚੇ ਭੁੱਖੇ ਮਰਨਗੇ, ਕਿਵੇਂ ਮੇਰੇ ਘਰ ਦਾ ਗੁਜ਼ਰਾਨ ਹੋਵੇਗਾ। ਕਹਿੰਦੇ ਡਰਦੀ ਹੋਈ ਨੇ ਆਪਣੇ ਮੁੱਖ ਵਿੱਚ ਉਸ ਵਸਤਰ ਨੂੰ ਪਾਇਆ, ਦੰਦਾਂ ਨਾਲ ਰਗੜ ਕੇ ਨਾ ਉਸ ਵਸਤਰ ਦਾ ਜਿਹੜਾ ਰੰਗ ਸੀ, ਜਿਹੜਾ ਦਾਗ ਲੱਗਿਆ, ਦਾਗ ਨੂੰ ਉਤਾਰਨ ਦੀ ਕੋਸ਼ਿਸ਼ ਕਰਦੀ ਹੈ। ਬਸ ਜਦੋਂ ਉਹ ਦੰਦਾਂ ਦੇ ਰਾਹੀਂ ਉਹਨੂੰ ਰਗੜਿਆ, ਉਹ ਪਾਣੀ ਅੰਦਰ ਗਿਆ, ਮਾਨੋ ਉਸ ਸ਼ਾਹੂਕਾਰਨੀ ਦੇ ਜਿਹੜੀ ਗੁਰੂ ਸਰ ਨੌਕਰਾਣੀ ਸੀ ਨਾ, ਨੌਕਰਾਣੀ ਦੇ ਕਵਾੜ ਖੁੱਲ੍ਹ ਗਏ। ਕਵਾੜ ਖੁੱਲ੍ਹੇ, ਅੰਦਰ ਦਾ ਗਿਆਨ ਪ੍ਰਾਪਤ ਹੋਇਆ ਅਤੇ ਪਰਮੇਸ਼ਰ ਨਾਲ ਲਿਵ ਲੱਗੀ ਅਤੇ ਸ਼ਾਹੂਕਾਰ ਦੇ ਕੋਲ ਗਈ। ਕਹਿਣ ਲੱਗੀ ਸ਼ਾਹੂਕਾਰ ਜੀ,
ਅੱਜ ਤੋਂ ਬਾਅਦ ਮੈਂ ਤੁਹਾਡੀ ਨੌਕਰੀ ਚਾਕਰੀ ਨਹੀਂ ਕਰਨੀ। ਕਹਿਣ ਲੱਗਿਆ ਹੱਦ ਹੋ ਗਈ, ਪਿੱਛੇ ਤੂੰ ਮਿੰਨਤਾਂ ਕਰਦੀ ਸੀ ਮੈਨੂੰ ਆਪਣੇ ਘਰ ਨੌਕਰਾਣੀ ਰੱਖਣਾ ਕਰੋ, ਮੇਰੇ ਬੱਚੇ ਭੁੱਖੇ ਮਰ ਰਹੇ ਨੇ। ਤੈਨੂੰ ਪਤਾ ਹੈ ਜੇ ਤੂੰ ਨੌਕਰੀ ਛੱਡ ਦਿੱਤੀ ਤੇਰੇ ਬੱਚੇ ਭੁੱਖੇ ਮਰ ਜਾਣਗੇ, ਤੇਰੇ ਪਰਿਵਾਰ ਦਾ ਗੁਜ਼ਰਾਨ ਕਿਵੇਂ ਹੋਵੇਗਾ। ਅੱਗੋਂ ਉਹ ਨੌਕਰਾਣੀ ਆਖਣ ਲੱਗੀ ਕਿ ਜਿਹੜੇ ਪਰਮੇਸ਼ਰ ਨੇ ਤੈਨੂੰ ਦੇ ਰਿਹਾ ਹੈ ਤੇ ਰੋਜੀ ਰੋਟੀ ਦਾ ਸੰਭਾਲ ਕਰ ਤੇਰੀ ਸੰਭਾਲ ਕਰਦਾ ਏ, ਉਹੀ ਪਰਮੇਸ਼ਰ ਮੈਨੂੰ ਦੇਵੇਗਾ। ਸਾਰੇ ਸੰਸਾਰ ਨੂੰ ਇੱਕ ਪਰਮਾਤਮਾ ਦੇਣ ਵਾਲਾ ਏ। ਸਮੇਂ ਸਮੇਂ ਅਨੁਸਾਰ ਭੋਜਨ ਪ੍ਰਸ਼ਾਦੇ ਦਾ ਉਹ ਪ੍ਰਬੰਧ ਕਰਦਾ ਏ 84 ਲੱਖ ਜੂਨਾਂ ਦਾ। ਜੇ ਤੈਨੂੰ ਦੇ ਸਕਦਾ ਮੈਨੂੰ ਵੀ ਦੇ ਸਕਦਾ ਹੈ। ਇਸ ਕਰਕੇ ਮੈਂ ਚਾਕਰੀ ਨਹੀਂ ਕਰਨੀ। ਜਦ ਸ਼ਾਹੂਕਾਰ ਨੇ ਇੱਕ ਅਨਪੜ੍ਹ ਜਿਹਦੀ ਉਹਦੀ ਨਿਗਾਹ ਵਿੱਚੋਂ ਉਹ ਅਨਪੜ੍ਹ ਸੀ, ਗਵਾਰ ਸੀ, ਬੇਸਮਝ ਸੀ, ਕਿ ਗਿਆਨ ਵਾਲੇ ਇਹ ਬਚਨ ਸੁਣ ਕੇ ਹੈਰਾਨ ਹੋ ਗਿਆ ਕਿ ਬੜਾ ਗਿਆਨ, ਬੜਾ ਅਨੁਭਵ ਇਹ ਕਿੱਥੋਂ ਪ੍ਰਾਪਤ ਹੋਇਆ। ਕਹਿਣ ਲੱਗਿਆ ਅੱਜ ਤੂੰ ਬੜੀਆਂ ਗਿਆਨ ਵਾਲੀਆਂ ਗੱਲਾਂ ਕਰਦੀਆਂ, ਇਹ ਤੈਨੂੰ ਕਿੱਥੋਂ ਪ੍ਰਾਪਤ ਹੋਇਆ ਏ। ਕਹਿਣ ਲੱਗੀ ਮੈਨੂੰ ਵੀ ਨਹੀਂ ਪਤਾ, ਮੈਨੂੰ ਤਾਂ ਇੰਨਾ ਪਤਾ ਕਿ ਜਿਹੜੇ ਤੁਹਾਡੇ ਵਸਤਰ ਸੀ, ਮੈਂ ਵਸਤਰ ਧੋ ਰਹੀ ਸੀ, ਉਸ ਵਸਤਰ ਨੂੰ ਦਾਗ ਲੱਗੇ ਹੋਏ ਸਨ, ਉਹ ਦਾਗ ਮੈਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਦਾਗ ਨਹੀਂ ਉਤਰਿਆ। ਦਾਗ ਨਾ ਉਤਰਨ ਕਰਕੇ ਮੈਂ ਤੁਹਾਤੋਂ ਡਰਦੀ ਹੋਈ ਨੇ ਉਹ ਵਸਤਰ ਜਿਹੜਾ ਸੀ ਮੁੱਖ ਵਿੱਚ ਪੈ ਦੰਦਾਂ ਨਾਲ ਰਗੜਨਾ ਕੀਤਾ ਤੇ ਮੇਰੇ ਅੰਦਰ ਉਹ ਪਾਣੀ ਗਿਆ ਤੇ ਮੈਨੂੰ ਨਹੀਂ ਪਤਾ ਮੈਨੂੰ ਫਿਰ ਕੀ ਹੋਇਆ। ਮੈਨੂੰ ਆਪਣੇ ਆਪ ਦੀ ਸੋਝੀ ਨਹੀਂ ਰਹੀ। ਤੇ ਸ਼ਾਹੂਕਾਰ ਨੇ ਵਸਤਰ ਦੇਖਿਆ ਕਿ ਉਹੀ ਵਸਤਰ ਜਿਹੜੇ ਵਸਤਰ ਪਾ ਕੇ ਮੈਂ ਭਗਤ ਰਵਿਦਾਸ ਸਾਹਿਬਾਨ ਜੀ ਕੋਲ ਗਿਆ ਸੀ। ਕਹਿੰਦੇ ਨੇ ਉਦੋਂ ਆਪਣੇ ਮੱਥੇ ਉੱਤੇ ਹੱਥ ਮਾਰਦਾ ਕਿ ਮਨਾ ਮੇਰੇ ਤੋਂ ਕਿੱਡੀ ਵੱਡੀ ਗਲਤੀ ਹੋ ਗਈ। ਤੇ ਉਸ ਸਮੇਂ ਕਹਿੰਦੇ ਦੁਬਾਰਾ ਫੇਰ ਭਗਤ ਰਵਿਦਾਸ ਸਾਹਿਬਾਨ ਜੀ ਕੋਲ ਗਿਆ, ਬੇਨਤੀ ਕੀਤੀ ਕਿ ਭਗਤ ਜੀ ਕਿਰਪਾ ਕਰੋ, ਨਾਮ ਦੀ ਦਾਤ ਦੇਵੋ। ਕੱਲ੍ਹ ਵਾਲੀ ਜਿਹੜੀ ਗਲਤੀ ਸੀ ਉਹਦੀ ਖਿਮਾ ਮੰਗਣਾ ਕੀਤੀ। ਤੇ ਭਗਤ ਰਵਿਦਾਸ ਸਾਹਿਬਾਨ ਜੀ ਕਹਿਣਗੇ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਹੁੰਦੇ ਨੇ ਨਾ, ਉਹ ਕਦੇ ਕਦੇ ਪ੍ਰਸੰਨ ਹੁੰਦੇ ਨੇ, ਕਦੇ ਕਦੇ ਬਖਸ਼ਾਂ ਕਰਦੇ ਨੇ। ਜਿਹਨੇ ਉਸ ਬਖਸ਼ਿਸ਼ ਨੂੰ ਸਾਂਭ ਲਿਆ, ਉਹਨਾਂ ਬਚਨਾਂ ਨੂੰ ਕਮਾ ਲਿਆ, ਉਹਦਾ ਤਾਂ ਫਿਰ ਪਾਰ ਉਤਾਰਾ ਹੋ ਜਾਂਦਾ ਹੈ। ਜਿਹੜੇ ਬਚਨਾਂ ਤੋਂ ਖਾਲੀ ਰਹਿ ਜਾਂਦੇ ਨੇ ਫਿਰ ਉਹਨਾਂ ਦੀਆਂ ਭਾਵਨਾ ਫਿਰ ਪੂਰੀਆਂ ਨਹੀਂ ਹੁੰਦੀਆਂ। ਕਹਿੰਦੇ ਹੁਣ ਭਾਈ ਤੂੰ ਸਾਡੇ ਕੋਲ ਆਇਆ, ਤੈਨੂੰ ਨਾਮ ਦੀ ਦਾਤ ਆਪਾਂ ਦੇਵਾਂਗੇ ਜ਼ਰੂਰ, ਪਰ ਤੈਨੂੰ ਹੁਣ ਅਭਿਆਸ ਕਰਨਾ ਪਵੇਗਾ, ਕਮਾਈ ਕਰਨੀ ਪਵੇਗੀ। ਜਿਹੜੀ ਤੇਰੀ ਨੌਕਰਾਣੀ ਸੀ, ਨੌਕਰਾਣੀ ਦੇ ਕਰਮ ਜਾ ਕੇ ਪਿਛਲੇ ਪੂਰਬਲੇ ਚੰਗੇ ਕਰਮ ਸੀ, ਜਿਸ ਕਰਕੇ ਉਹਨੂੰ ਇਹ ਦਾਤ ਪ੍ਰਾਪਤ ਹੋ ਗਈ। ਤੇਰੇ ਰਾਹੀਂ ਉਹਦੇ ਕੋਲ ਦਾਤ ਜਾਣੀ ਸੀ। ਤੇ ਗੁਰੂ ਸਵਾਰੇ ਫਿਰ ਨਾਮ ਦੀ ਦਾਤ ਦਿੱਤੀ। ਸ਼ਾਹੂਕਾਰ ਫਿਰ ਨਾਮ ਬਾਣੀ ਦਾ ਅਭਿਆਸ ਕਰਨ ਲੱਗਿਆ। ਗੁਰਬਾਣੀ ਨੇ ਵੀ ਇਸ ਗੱਲ ਦੀ ਗਵਾਹੀ ਦੇਣਾ ਕੀਤੀ ਹੈ। ਗੁਰਬਾਣੀ ਵਿੱਚ ਸਤਿਗੁਰੂ ਦੇ ਬਚਨ ਨੇ ਕਿ ਕਰ ਮੈਂ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰੇ। ਕਰ ਹੱਥ ਵਿੱਚ ਅੰਮ੍ਰਿਤ ਆਇਆ, ਅੰਮ੍ਰਿਤ ਨੂੰ ਕੀ ਹੋਇਆ, ਖਿਸਰ ਗਇਓ, ਉਹ ਧਰਤੀ ਉੱਤੇ ਡਿੱਗ ਗਿਆ ਜਿਵੇਂ ਸ਼ਾਹੂਕਾਰ ਡਿੱਗ ਗਿਆ। ਤੇ ਆਨ ਨਿਸਾਰੇ, ਇਸ ਤਰ੍ਹਾਂ ਹੀ ਉਸ ਅੰਮ੍ਰਿਤ ਨੂੰ ਵਿਅਰਥ ਹੀ ਡੇਗ ਦਿੱਤਾ। ਭਾਵ ਅੰਮ੍ਰਿਤ ਪੀਣਾ, ਅੰਮ੍ਰਿਤ ਜਿਹੜਾ ਅਧਿਕਾਰੀ ਹੁੰਦਾ ਉਹਨੂੰ ਹੀ ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ ਗੁਰੂ ਸਵਾਰੇ। ਸੋ ਇਹੋ ਜਿਹੇ ਰੱਬ ਦੇ ਪਿਆਰੇ ਭਗਤ ਜਨਾਂ ਦਾ ਜੀਵਨ ਹੈ ਜਿਹੜੇ ਉਸ ਪਰਮੇਸ਼ਰ ਦੀ ਇਬਾਦਤ ਕਰਦੇ ਨੇ, ਉਸ ਮਾਲਕ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਇਹੋ ਜਿਹੇ ਰੱਬ ਦੇ ਪਿਆਰੇ ਭਗਤ ਜਨਾਂ ਦੇ ਮੁੱਖ ਵਿੱਚ ਕੀ ਹੈ, ਅੰਮ੍ਰਿਤ ਹੈ। ਭਗਤਾਂ ਮੁੱਖ ਅੰਮ੍ਰਿਤ ਹੈ ਬਾਣੀ। ਸਤਿਗੁਰਾਂ ਦੀ ਜਿਹੜੀ ਬਾਣੀ ਹੈ ਅੰਮ੍ਰਿਤ ਰੂਪੀ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਉਹਨਾਂ ਦੇ ਮੁੱਖ ਵਿੱਚ ਇਹ ਮ੍ਰਿਤੂ ਤੋਂ ਰਹਿਤ ਕਰਨ ਸਤਿਗੁਰਾਂ ਦੀ ਬਾਣੀ ਹੈ। ਗੁਰਮੁਖ ਹਰ ਨਾਮ ਆਖ ਬਖਾਣੀ। ਜਿਹੜੇ ਗੁਰਮੁਖ ਕਿਹੜੇ ਨੇ, ਗੁਰੂ ਦੇ ਸਨਮੁਖ ਰਹਿਣ ਵਾਲੇ। ਗੁਰੂ ਦੇ ਸਨਮੁਖ ਰਹਿਣ ਵਾਲੇ ਹਰੀ ਨਾਮ ਦਾ ਅਭਿਆਸ ਕਰਦੇ ਹਨ ਤੇ ਹਰੀ ਦੇ ਨਾਮ ਨੂੰ ਜਪਦੇ ਨੇ ਤੇ ਹਰ ਸਮੇਂ ਆਪਣੇ ਮੁੱਖੋਂ ਇਹੀ ਵਖਾਣ ਕਰਦੇ ਹਨ। ਭਾਵ ਹਰੀ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਨਹੀਂ ਜਪਦੇ। ਉਹਨਾਂ ਨੂੰ ਹੋਰ ਚੰਗਾ ਨਹੀਂ ਲੱਗਦਾ।
हर समय कहते ने कि परमात्मा तू ही है, ते तो बिना साडा कोई सहारा नहीं है। इंज गुरु सवारे अपने मुखों वो सतगुरां दी बाणी दा बख्यान करते हैं, मुखों हरी हरी जपते हैं, वाहिगुरु वाहिगुरु जपते हैं। इंज वो दिन रात सास ग्रास द्वारा उस मालक का सिमरन करते हैं। हर हर करत सदा मन बिगसै, हर चरणी मन लाई है। हरि दे प्यारे भगत जन कहते हर समय हर हर करत हरि हरि जपते ने, वाहिगुरु वाहिगुरु जपते हैं। तो इस तरह वाहिगुरु वाहिगुरु जपदे आ, उन्हां दा सदा मन विकसै, खड़िया रहिंदा मन उन्हां दा, खेड़ा उन्होंने अंदर खेड़ा पैदा हो जाता है, आनंद विच हुंदे ने, उन्हां दा आनंद कदे भंग नहीं हुंदा। सदीवी काली हर चरणी मन लाई है, अपने मन नूं हरि परमात्मा दे चरणां विच ला के रखदे ने। देखो गुरु सवारियो, साडा सारियां दा ये सवाल है कि मन नहीं लगदा, बाणी पढ़दे आ, सिमरन करदे आ, पर साडा मन नहीं लगदा। ये सारियां दे साडे सवाल ने। मन लग सकता है गुरु से, एक तरीका है। पंथ रतन संत सिंह मस्कीन जी नूं सुणो, वो पता की कहंदे ने, बचन करते हैं, कहते सानू भी ये सवाल किए जाते हैं कि असी सिमरन अभ्यास करते हैं, साडा मन जिहड़ा घोड़े दी न्याई दौड़िया भज्जिया फिरदा है, टिका विच नहीं आउंदा। तो वो बचन करते हैं, कहते भाई मन टिक सकता है, तो मन उदों टिकना है जदों असी किसी प्रकार की इच्छा मन में नहीं रखांगे, अन इच्छा रहत हो के परमेश्वर की बंदगी करांगे, तो सब कुछ परमेश्वर उत्ते छड्ड दे कि मालक तैं ही करना, जो करना तैंयों करना है, मेरा काम है तेरी बंदगी करनी। अन इच्छा रहत हो के उस मालक की इबादत करांगे। जिहड़ा मन गुरु सर साडा जुड़दा नहीं, तो ऐसी बख्शिश होवेगी, अपने आप ही मन जुड़ जाएगा। पर पदार्थवादी सोच वाले होण करके साडा मन पदार्थां 'च खुब्बिया होया है, पदार्थां 'च खुब्बिया होया। जदों असीं मालक की इबादत करते हैं, उदों चेते आ जाता कि अज फलाना साजो समान आ घर लिए लैके आना है, फलानी थां ते जाना है, आ फलाना कारज करना, फलाने तो पेमेंट लैनी है, फलाने नूं देनी है, उहदे इन्ने देने, इहदे इन्ने देने, आ मैं काम अज करांगा, अज मैं आ काम निबेड़ने ने। उधर तो हाथ 'च गुटका साहब पकड़िया हुंदा, पोथी प्रकाश कीती हुंदी है, उधर साडा ध्यान जिहड़ा दूजे पास जाता है। 15 मिनट 20 मिनट आपां कोशिश करिया करिए कि अपने कामां नूं समेट के, साडा जिहड़ा मोबाइल फोन है एक तरह साडे शरीर का अंग बन गया। 15-20 मिनट इस मोबाइल फोन नूं आपां वखरा रख दईए, स्विच ऑफ कर दईए, तो उदों फिर आप 15-20 मिनट आपां गुरु की याद विच कढ़ना करिए। देखो गुरु नानक दीयां बख्शिशां किवें हुंदियां ने। फिर गल तां गुरु सरे गुरु नूं समर्पित होण दी है ना। ਜਦੋਂ ਗੁਰੂ ਸਾਹਿਬਾਨ ਨੂੰ ਸਮਰਪਿਤ ਹੋ ਜਾਵਾਂਗੇ तो अन इच्छा रहत हो गए, गुरु गुरु जपांगे, वाहिगुरु वाहिगुरु जपांगे, तो ऐसी कोई इच्छा नहीं जी सतगुरु साड़ी पूरी नहीं करनगे। पदार्थ मगर मगर दौड़े फिरनगे, पदार्थवादी सोच वाले होने करके पदार्थों की मंग करते ना। आप पदार्थों को छड्ड के आप परमेश्वर की आराधना करिए, ये 36 प्रकार के पदार्थ साढ़े मगर मगर आणगे। किसी प्रकार की कमी नहीं परमेश्वर ने रहन देनी। इस करके सतगुरु कहते हैं जिहड़े प्रभ दे प्यारे भगत जन हन, वो हर हर करत मुखो हरि हरि वाहिगुरु वाहिगुरु इस तरह ही करते हैं। उन्हों का सदा मन विकसदी भी काली मन विकसता रहिंदा है, खड़िया रहिंदा है। हर चरणी मन लाई है, इंज गुरु सवारिओ वो अपने मन नूं हरि परमात्मा चरणां विच ला के रखते हैं। हर समय उस हरि दे चरणां दा ध्यान धारण करते हैं। हम मूरख
अज्ञान ज्ञान किश नाही, सतगुर ते समझ पड़ी मन माही। गुरु साहबान जी अगली पंक्ति बख्शिश करते ने, समझाते हैं, कहते जदों प्रभु की इबादत करनी, मालक दे गुणां दा गैन करना, एक गल याद रखनी, कदे अपना आप नहीं जनाना। हर एक मनुख की ये सोच है, चाहे कोई गरीब है, अमीर है, छोटा है, बड़ा है, बजुर्ग है, हर एक मनुख यही आखदा है कि मैं अकल वाला हाँ, मैं सियाणा हाँ। सियाणप साडी संसार विच चल सकती है, 10 बंदियां 15 100 बंदियां चल सकती है, पर गुरु के दर ते सियाणप नहीं चल सकती है। सतगुरु कहते जदों तू ये आखेगा कि मैं ज्ञानी हाँ, मैं विद्वान हाँ, मैं मेरे कोल आ गुण है, कहते फिर तो भाई तू गुरु के दर ते परमेश्वर के दर ते फेल है। कहते ये आखना कर कि हम मूर्ख, ये परमेश्वर असी मूर्ख हाँ, अज्ञान अज्ञानी हाँ, सानू किसी प्रकार सोझी नहीं, ज्ञान किश नहीं, सानू कोई ज्ञान नहीं है। हुण देखो पंजवें गुरदेव महाराज आखते ने कि ज्ञान ध्यान किश कर्म न जाना, सार न जाना तेरी, सब ते बड़ा सतगुर नानक जिन कल राखी मेरी। ਜਿਹੜੇ ਬਾਣੀ के बोहित सतगुरु जी ਹਨ, जिन्हों ने बाहो बाहो बाणी निरंकार है, पोथी परमेश्वर के थाना निवाजना किया। गुरु ग्रंथ साहिब महाराज की पावन बाणी लिखवाई भाई गुरदास जी ने लिखारी ला के, कि वो सतगुरु को ज्ञान नहीं सी। इन्ना ज्ञान का समुंदर पातशाह के कोल, पर फिर भी अपना आप नहीं जनाना किया। गुरु नानक के चरणों च बेनतियां करते ने कि ज्ञान ध्यान किश कर्म ना जाना, कि परमेश्वर सतगुरु जी मैनू ना मेरे को ना ज्ञान है, ना मैनू ध्यान धारना आउंदा है, कोई चंगा कर्म करना नहीं जानता हाँ, तो मेरे ते बख्शिश करो। ज्ञान ध्यान किश कर्म ना जाना, सार न जाना मेरी, सार न जाना तेरी, सब ते बड़ा सतगुर नानक जिन कल राखी मेरी। कहते मैनू तो इन्ना पता है कि मेरे सतगुरु गुरु नानक साहब महाराज सब तो बड़े हैं, जिन्होंने कलयुग के भयानक समय च मेरी पद इज्जत रखना की है। सिक्ख्या दी सतगुरु ने गुरबाणी दे राही सानू कि सिखा तेरे कोल 1000 गुण तेरे अंदर शुभ गुण पैदा हो जान, तू बड़ा विद्वान बन जावे, तू स्टेज उत्ते खलो के बोले, लोग खड़ खड़ के सुन, बैठ बैठ के सुन तैनों, पर कदे भी ते अपने अंदर मान नहीं आन देना। ये आख देना कि कहो नानक सब तेरी वडियाई, कोई नाओ ना जाने मेरा। इस तरह तो ये गुरु नानक दे वचन याद रखने ने। ते सतगुरु कहते ने कदे भी अपना आप नहीं जनाना, इंज आखना कि मालक असी मूर्ख हाँ, अज्ञानी हाँ, बेसमझ हाँ, ज्ञान किस नाही, सानू किसी प्रकार का ज्ञान नहीं है। सतगुर ते समझ पड़ी मन मा, जिहड़ी सानू समझ आई है, अकल आई है, सानू जिउण दा ढंग तरीका आया, ये समझ कित्थों आई है? कहते सतगुरु पातशाह पासों। सतगुरु पातशाह दे लड़ लगे है, सतगुर दे किरपा दे राही ही जिहड़ी समझ साडे मन माही मन विच पई है। हो दयाल किरपा कर हर जियो, सतगुर की सेवा लाइए। सतगुर जी अगली पंक्ति बख्शिश करते हैं, कहते हो दयाल, हे दयालु प्रभु, दया दे घर मालक जी, साडी उत्ते दया करो, किरपा कर हर जी हरि जियो, साडे उत्ते किरपा करना करो। की मंगिया सतगुर जी ने? कहते सतगुर की सेवा लाइए। हे हरि परमात्मा, साडे उत्ते ये बख्शिश कर, सानू सतगुरां दी सेवा विच लाई रख। भाव गुरु की सेवा तो बिना सानू होर कुछ नहीं चाहिदा है। ये गुरु की सेवा कैसी है? तेरी सेवा मुक्त भुगत
तेरी सेवा जिस तू आप कराए। पर करदा ਉਹ ਜਿਹਦੇ ਬਸ ਤੂੰ ਆਪ ਕਰਾਉਂਦਾ, ਸਾਰੇ ਨਹੀਂ ਕਰ ਸਕਦੇ। ਬਖਸ਼ਿਸ਼ ਉਹਦੇ ਉੱਤੇ ਹੋਣੀ ਜਦੋਂ ਗੁਰੂ ਦੀ ਬਖਸ਼ ਜਿਹਦੇ ਉੱਤੇ ਹੋ ਗਈ। ਉਹੀ ਗੁਰੂ ਦੀ ਕਿਰਪਾ ਨਾਲ ਬਸ ਸੇਵਾ ਕਰਦਾ, ਸੇਵਾ ਕਰਕੇ ਉਸ ਮਾਲਕ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਆਪ ਹੀ ਕਹਿੰਦੇ ਸੇ ਪਰਮਾਤਮਾ ਕਿਰਪਾ ਕਰ, ਸਾਡੇ ਉੱਤੇ ਬਖਸ਼ਿਸ਼ ਕਰ, ਸਾਨੂੰ ਸਤਿਗੁਰਾਂ ਦੀ ਸੇਵਾ ਵਿੱਚ ਲਾਈ ਰੱਖ। ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰੱਬ ਰਹਿਆ ਸੁਖ ਦਾਤਾ। ਅਗਲੇ ਬੰਦ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ। ਸਵਾਲ ਕੀਤਾ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਕਹਿਣ ਲੱਗੇ ਪਾਤਸ਼ਾਹ ਜੀ ਇਹ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਵਾਹਿਗੁਰੂ ਨੂੰ ਜਿਹੜਾ ਇੱਕ ਮਾਲਕ ਹੈ, ਸਾਰਿਆਂ ਦਾ ਮਾਲਕ ਪ੍ਰਭੂ ਹੈ, ਉਸ ਪਰਮੇਸ਼ਰ ਨੂੰ ਕਿਵੇਂ ਜਾਣਿਆ ਜਾ ਸਕਦਾ? ਕਿਹੜਾ ਤਰੀਕਾ ਹੈ? ਕਿਵੇਂ ਇਹ ਮਹਿਸੂਸ ਕੀਤਾ ਜਾ ਸਕਦਾ ਕਿ ਪਰਮੇਸ਼ਰ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ? ਕਿਵੇਂ ਦੇਖਿਆ ਜਾ ਸਕਦਾ? ਤੇ ਸਤਿਗੁਰੂ ਜੀ ਫਿਰ ਪੰਗਤੀ ਇੱਕ ਪਹਿਲੀ ਪੰਗਤੀ ਉੱਤਰ ਦਿੰਦੇ ਨੇ ਕਿ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ। ਰਸਤਾ ਇੱਕ ਹੀ ਹੈ, ਗੁਰੂ ਵਾਲਾ ਰਸਤਾ। ਸਤਿਗੁਰ ਨੂੰ ਜਾਣਨਾ, ਸਤਿਗੁਰ ਦੇ ਲੜ ਲੱਗਣਾ, ਸਤਿਗੁਰ ਦੀ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ। ਜਿਹੜੇ ਸਤਿਗੁਰ ਦੇ ਲੜ ਲੱਗੇ ਨਾ, ਸਤਿਗੁਰ ਦੇ ਲੜ ਲੱਗਣ ਕਰਕੇ ਹੀ ਉਹਨਾਂ ਜੀਵਾਂ ਨੇ ਤਿੰਨ ਏਕ ਪਛਾਤਾ, ਇੱਕ ਪਰਮੇਸ਼ਰ ਨੂੰ ਪਛਾਤਾ, ਜਾਣ ਲਿਆ। ਪਰਮੇਸ਼ਰ ਦਾ ਨਿਰਗੁਣ ਸਰੂਪ ਵੀ ਅਤੇ ਸਰਗੁਣ ਸਰੂਪ ਦੋਨਾਂ ਦੇ ਵਗ ਨੂੰ ਗਿਆਨ ਹੋ ਗਿਆ। ਫਿਰ ਉਸੇ ਗੁਰੂ ਦੇ ਰਾਹੀਂ ਕਿਰਪਾ ਦੀ ਸਦਕਾ ਪਰਮੇਸ਼ਰ ਨੂੰ ਕਿੱਥੇ ਕਿੱਥੇ ਦੇਖਿਆ? ਕਹਿੰਦੇ ਸਰਬੇ ਰੱਬ ਰਹਿਆ, ਸਰਬੇ ਸਾਰੀਆਂ ਥਾਵਾਂ 'ਤੇ, ਜਲਾਂ ਵਿੱਚ, ਥਲਾਂ ਵਿੱਚ, ਧਰਤੀ ਉੱਤੇ, ਆਕਾਸ਼ ਉੱਤੇ, ਸਾਰੀਆਂ ਥਾਵਾਂ 'ਤੇ ਉਸ ਪਰਮੇਸ਼ਰ ਨੂੰ ਰਮਿਆ ਹੋਇਆ ਦੇਖਣਾ ਕੀਤਾ, ਜਿਹੜਾ ਪਰਮੇਸ਼ਰ ਸੁੱਖਾਂ ਦਾ ਦਾਤਾ ਹੈ। ਆਤਮ ਚੀਨ ਪਰਮ ਪਦ ਪਾਇਆ, ਸਤ ਸੇਵਾ ਸੁਰਤ ਸਮਾਈ ਹੈ। ਸਤਿਗੁਰੂ ਕਹਿੰਦੇ ਨੇ ਸਭ ਤੋਂ ਵੱਡਾ ਤਰੀਕਾ ਇਹੀ ਹੈ, ਇੱਕੋ ਇੱਕ ਤਰੀਕਾ। ਕਹਿੰਦੇ ਤੂੰ ਆਤਮ ਚੀਨ, ਆਪਣੇ ਅੰਤਰ ਆਤਮਾ ਚੀਨ, ਜਾਣਨਾ ਕਰ ਉਸ ਮਾਲਕ ਨੂੰ, ਪਹਿਚਾਣ ਕਰ ਉਹਦੀ, ਚੇਤੇ ਕਰ ਉਸ ਮਾਲਕ ਨੂੰ। ਕਿਉਂਕਿ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਾਂਗੇ ਨਾ, ਉਦੋਂ ਹੀ ਸਾਨੂੰ ਫਿਰ ਉਹ ਅਨੁਭਵ ਪ੍ਰਾਪਤ ਹੋਵੇਗਾ। ਪਰਮੇਸ਼ਰ ਕਿਤੇ ਬਾਹਰ ਨਹੀਂ ਹੈ, ਪਰਮੇਸ਼ਰ ਸਾਡੇ ਅੰਦਰ ਬੈਠਾ ਹੋਇਆ ਹੈ, ਪਰ ਸਾਡੇ ਕੋਲ ਦੇਖਣ ਵਾਲੀ ਅੱਖ ਨਹੀਂ ਹੈ। ਉਹ ਅੱਖ ਸਾਨੂੰ ਕਿੱਥੋਂ ਮਿਲਣੀ ਹੈ? ਉਹ ਅੱਖ ਮਿਲਣੀ ਹੈ ਗੁਰੂ ਸਾਹਿਬਾਨ ਜੀ ਪਾਸੋਂ। ਉਹ ਅੱਖ ਕਿਵੇਂ ਖੁੱਲ੍ਹਣੀ ਹੈ? ਗੁਰੂ ਦੇ ਸ਼ਬਦ ਦੇ ਰਾਹੀਂ। ਜਿੰਨਾ ਅਸੀਂ ਸ਼ਬਦ ਦਾ ਅਭਿਆਸ ਕਰਕੇ ਆਪਣੇ ਅੰਦਰ ਦੀ ਖੋਜ ਕਰਾਂਗੇ ਤੇ ਸਾਨੂੰ ਅੰਦਰ ਬੈਠਾ ਹੋਇਆ ਪਰਮੇਸ਼ਰ ਦਿਖਾਈ ਦੇਵੇਗਾ। ਇਸ ਕਰਕੇ ਸ਼ਬਦ ਦੇ ਲੜ ਲੱਗਣਾ ਜ਼ਰੂਰੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਇੰਜ ਭਾਈ ਤੂੰ ਅੰਤਰ ਆਤਮ ਸਮਾਨ ਚਿੰਨ ਚੇਤੇ ਕਰ। ਚੇਤੇ ਕਰਨਾ ਕੀ ਹੋਇਆ? ਪਰਮ ਪਦ ਪਾਇਆ। ਕਹਿੰਦੇ ਫਿਰ ਪਰਮ ਪਦਵੀ ਨੂੰ ਪ੍ਰਾਪਤ ਕਰ ਲਵੇਗਾ। ਸੇਵਾ ਸੁਰਤ ਸਮਾਈ ਹੈ। ਇਸ ਤਰ੍ਹਾਂ ਉਸ ਮਾਲਕ ਦੀ ਸੇਵਾ ਕਰਨੀ, ਉਸ ਮਾਲਕ ਦੇ ਚਰਨ ਸ਼ਬਦ ਦੀ ਸੁਰਤੀ ਨੂੰ ਜੋੜ ਕੇ ਸ਼ਬਦ ਅਤੇ ਸੁਰਤੀ ਦਾ ਸੁਮੇਲ ਕਰਨਾ। ਇੰਝ ਹੀ ਕਹਿੰਦੇ ਇਹ ਭਾਈ ਨਾਲ ਕਰਮ ਕਰਨਾ ਕਰ, ਸ਼ਬਦ ਦਾ ਅਭਿਆਸ ਕਰ, ਹੱਥਾਂ ਨਾਲ ਸੇਵਾ ਕਰ। ਫਿਰ ਕਹਿੰਦੇ ਭਾਈ ਤੂੰ ਉਸ ਪਰਮ ਪਦ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇਗਾ, ਜਿਹੜਾ ਸਾਰਿਆਂ ਦਾ ਮਾਲਕ ਹੈ। ਜਿਨ ਕੋ ਆਦ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ। ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਨ ਕੋ ਆਦ ਮਿਲੀ ਵਡਿਆਈ। ਆਦ ਕਹਿੰਦੇ ਨੇ ਜੋ ਪਹਿਲਾਂ, ਸਭ ਤੋਂ ਪਹਿਲਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ, ਪਾਵਨ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਸ਼ਬਦ ਲਿਖਿਆ ਹੋਇਆ ਅੱਗੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
ਜੋ ਪਹਿਲਾਂ ਤੋਂ ਹਨ। ਤੇ ਇੱਥੇ ਵੀ ਆ ਜਿਨ ਕੋ ਆਦ ਪਹਿਲਾਂ ਤੋਂ ਵਡਿਆਈ ਮਿਲੀ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਧੁਰੋਂ ਦਰਗਾਹੋਂ ਬਖਸ਼ਿਸ਼ ਪ੍ਰਾਪਤ ਹੋਈ ਹੈ, ਉਹੀ ਫਿਰ ਸਤਿਗੁਰ ਮਨ ਵਸਿਆ ਲਿਵ ਲਾਈ। ਉਹਨਾਂ ਦੇ ਸਤਿਗੁਰੂ ਜੀ ਮਨ ਵਿੱਚ ਵਸ ਜਾਂਦੇ ਨੇ। ਇਸ ਤਰ੍ਹਾਂ ਫਿਰ ਉਹੀ ਉਸ ਮਾਲਕ ਵਿੱਚ ਆਪਣੀ ਲਿਵ ਨੂੰ ਲਾਈ ਰੱਖਦੇ ਨੇ। ਭਾਵ ਧੁਰੋਂ ਬਖਸ਼ਿਸ਼ਾਂ ਹੁੰਦੀਆਂ ਨੇ। ਜਿਵੇਂ ਆਪਾਂ ਗੁਰੂ ਕੀ ਹਜ਼ੂਰੀ ਵਿੱਚ ਬਹਿੰਦੇ ਹਾਂ, ਕਥਾ ਕਰਦੇ ਹਾਂ, ਸੁਣਦੇ ਹਾਂ, ਕੀਰਤਨ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਹਾਜ਼ਰੀਆਂ ਭਰਦੇ ਹਾਂ, ਇਹ ਗੁਰੂ ਸਰ ਧੁਰੋਂ ਦਰਗਾਹੋਂ ਬਖਸ਼ਿਸ਼ ਹੈ। ਐਵੇਂ ਨਹੀਂ ਗੁਰੂ ਦੀ ਹਜ਼ੂਰੀ ਵਿੱਚ ਆਇਆ ਜਾਂਦਾ। ਕਈ ਵਾਰੀ ਐਸਾ ਹੁੰਦਾ ਏ ਕਿ ਗੁਰੂ ਘਰ ਦੇ ਕੋਲ ਰਹਿੰਦੇ ਆ, ਕਈ ਸਾਲ ਲੰਘ ਜਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਉਹਨਾਂ ਨੂੰ ਮੱਥਾ ਟੇਕਣ ਦਾ ਹੁਕਮ ਵੀ ਨਹੀਂ ਹੁੰਦਾ ਹੈ। ਜਿਹੜਾ ਗੁਰੂ ਦੇ ਦਰ 'ਤੇ ਆਉਣਾ, ਇਹ ਸਾਡੇ ਅੰਦਰ ਇੱਕ ਗੁਰੂ ਦੇ ਪ੍ਰਤੀ ਪ੍ਰੇਮ ਹੈ। ਦੂਜਾ, ਸਾਨੂੰ ਧੁਰੋਂ ਦਰਗਾਹੋਂ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਅਤੇ ਜਦੋਂ ਸਾਡਾ ਕੋਈ ਪੂਰਬਲਾ ਚੰਗਾ ਕਰਮ ਜਾਗਣਾ, ਅਤੇ ਉਦੋਂ ਗੁਰੂ ਸਾਹਿਬਾਨ ਨੇ ਸਾਨੂੰ ਆਪਣੇ ਕੋਲ ਬਿਠਾ ਲੈਣਾ ਹੈ। ਫਿਰ ਜਿਹੜੇ ਨਿੱਤਾ ਪ੍ਰਤੀ ਹਾਜ਼ਰੀਆਂ ਭਰਦੇ ਨੇ, ਜੇ ਕਿਸੇ ਦਿਨ ਕਿਸੇ ਰੁਝੇਵੇ ਕਾਰਨ ਗ੍ਰਸਤੀ ਜੀਵਨ ਵਾਲੇ ਕੋਈ ਨਾ ਕੋਈ ਰੁਝੇਵਾ ਨਿਕਲ ਆਉਂਦਾ ਹੈ, ਨਾਗਾ ਪੈ ਜਾਵੇ ਨਾ, ਅਤੇ ਉਦੋਂ ਫਿਰ ਤਾਂਘ ਲੱਗੀ ਰਹਿੰਦੀ ਹੈ। ਜਿਵੇਂ ਮੋਬਾਇਲ ਫੋਨ ਦੀ ਆਪਾਂ ਬੈਟਰੀ ਚਾਰਜ ਕਰਦੇ ਹਾਂ, ਕਿਸੇ ਦਿਨ ਬੈਟਰੀ ਚਾਰਜ ਨਾ ਹੋਵੇ, ਮੋਬਾਇਲ ਚਾਰਜ ਨਾ ਹੋਵੇ, ਅਤੇ ਗੁਰੂ ਸਾਹਿਬ ਮੋਬਾਇਲ ਫੋਨ ਬੰਦ ਰਹਿੰਦਾ ਨਾ, ਫਿਰ ਇਸੇ ਤਰ੍ਹਾਂ ਮਨ ਨੂੰ ਫਿਰ ਸਰੀਰ ਵਿੱਚ ਉਹ ਘਾਟ ਮਹਿਸੂਸ ਹੁੰਦੀ ਹੈ ਕਿ ਅੱਜ ਗੁਰੂ ਦੇ ਦਰ 'ਤੇ ਨਹੀਂ ਗਏ, ਅੱਜ ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਹਾਜ਼ਰੀ ਨਹੀਂ ਭਰੀ, ਅੱਜ ਨਿਤਨੇਮ ਨਹੀਂ ਹੋਇਆ, ਅਤੇ ਘਾਟ ਮਹਿਸੂਸ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਧੁਰੋਂ ਦਰਗਾਹੋਂ ਇਹ ਬਖਸ਼ਿਸ਼ ਹੁੰਦੀ ਹੈ। ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਨਾ, ਉਹੀ ਫਿਰ ਸਤਿਗੁਰ ਦੀ ਹਜ਼ੂਰੀ ਵਿੱਚ ਬਹਿੰਦੇ ਨੇ। ਉਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਵੱਸਦਾ ਹੈ। ਉਹ ਫਿਰ ਲਿਵ ਲਾ ਕੇ ਰੱਖਦੇ ਹਨ। ਲਿਵ ਉਹਦੀ ਬਿਰਤੀ ਕਿ ਟੁੱਟਦੀ ਨਹੀਂ ਹੈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਸਤਿਗੁਰੂ ਜੀ ਫਿਰ ਬਚਨ ਕਰਦੇ, ਜਿਹੜੇ ਇਸ ਤਰ੍ਹਾਂ ਉਸ ਮਾਲਕ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾ ਕੇ ਰੱਖਦੇ ਹਨ, ਕਹਿੰਦੇ ਉਹਨਾਂ ਨੂੰ ਫਿਰ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਆ ਕੇ ਮਿਲਦਾ ਹੈ। ਪਹਿਲਾਂ ਤਾਂ ਪਰਮੇਸ਼ਰ ਦੀ ਭਾਲ ਵਿੱਚ ਥਾਵਾਂ ਥਾਂ ਦੇ ਭਟਕਦਾ ਰਿਹਾ, ਚਾਰੇ ਦਿਸ਼ਾ ਵਿੱਚ ਗਿਆ, ਅਤੇ ਪਰ ਜਦੋਂ ਪਰਮੇਸ਼ਰ ਦੇ ਚਰਨਾਂ ਸੁਰਤੀ ਜੁੜ ਗਈ, ਕੇਂਦਰਿਤ ਹੋ ਗਿਆ ਮਨ, ਅਤੇ ਉਦੋਂ ਫਿਰ ਪਰਮੇਸ਼ਰ ਵਾਹਿਗੁਰੂ ਆਪ ਆਪਣੇ ਪਿਆਰੇ ਭਗਤ ਕੋਲ ਚੱਲ ਕੇ ਆ ਗਿਆ। ਆਪ ਮਿਲਿਆ, ਆ ਕੇ ਉਹਨਾਂ ਨੂੰ ਫਿਰ ਵਡਿਆਈ ਦੇਣਾ ਕੀਤੀ। ਕਹਿੰਦੇ ਨੇ ਨਾਨਕ ਅੰਕ ਸਮਾਈ ਹੈ। ਅੰਕ ਦਾ ਅਰਥ ਹੈ ਗੋਦ, ਕਿ ਉਹ ਆਪਣੇ ਚਰਨਾਂ ਨਾਲ ਜੋੜ ਲੈਂਦਾ, ਆਪਣੀ ਗੋਦ ਵਿੱਚ ਉਹਨੂੰ ਸਮਾ ਲੈਂਦਾ, ਚਰਨਾਂ ਵਿੱਚ ਸਮਾ ਲੈਂਦਾ ਹੈ। ਅਤੇ ਇਸ ਤਰ੍ਹਾਂ ਜਿਵੇਂ ਇੱਕ ਮਾਤਾ ਪਿਤਾ ਬੱਚੇ ਨੂੰ ਆਪਣੀ ਗੋਦ 'ਚ ਲੈਂਦੇ ਨੇ ਨਾ, ਲਾਡ ਲਡਾਉਂਦੇ ਨੇ, ਇੰਝ ਹੀ ਗੁਰੂ ਸਵਾਰਿਓ ਪਰਮੇਸ਼ਰ ਵਾਹਿਗੁਰੂ ਫਿਰ ਆਪਣੇ ਪਿਆਰੇ ਭਗਤਾਂ ਨੂੰ, ਗੁਰਮੁਖਾਂ ਨੂੰ ਆਪਣੀ ਗੋਦ 'ਚ ਲੈ ਲੈਂਦਾ ਹੈ। ਦੇਖੋ, ਜਦੋਂ ਹਰਨਾਕਸ਼ ਨੂੰ ਨਰਸਿੰਘ ਰੂਪ ਧਾਰਨ ਕਰਕੇ ਪਰਮੇਸ਼ਰ ਨੇ ਮਾਰਨਾ ਕੀਤਾ, ਉਦੋਂ ਇੰਨਾ ਕ੍ਰੋਧ ਆ ਗਿਆ ਸੀ ਕਿ ਕੋਈ ਵੀ ਉਸ ਕ੍ਰੋਧ ਨੂੰ ਸ਼ਾਂਤ ਕਰਨ ਲਈ ਅੱਗੇ ਨਹੀਂ ਆ ਸਕਿਆ। ਜਦੋਂ ਆਪਾਂ ਪ੍ਰਹਿਲਾਦ ਜੀ ਦੀ ਸਾਖੀ ਪੜ੍ਹਦੇ ਨਾ, ਅਤੇ ਵਿੱਚ ਲਿਖਿਆ ਹੋਇਆ ਹੈ, ਕਹਿੰਦੇ ਉਦੋਂ ਸ਼ਿਵ ਜੀ ਨੂੰ ਆਖਿਆ ਕਿ ਸ਼ਿਵ ਜੀ ਵੀ ਅੱਗੇ ਨਹੀਂ ਜਾ ਸਕਿਆ, ਹੋਰ ਸਾਰੇ ਜਾ ਗਏ ਅੱਗੇ, ਨਹੀਂ ਕਿਸੇ ਤੋਂ ਸ਼ਾਂਤ ਨਹੀਂ ਹੋਇਆ ਕ੍ਰੋਧ। ਅਤੇ ਅਖੀਰ 'ਤੇ ਫਿਰ ਪ੍ਰਹਿਲਾਦ ਜੀ ਕੋਲ ਗਏ ਨੇ। ਜਦੋਂ ਪ੍ਰਹਿਲਾਦ ਜੀ ਕੋਲ ਗਏ, ਪ੍ਰਹਿਲਾਦ ਜੀ ਹੁਣ ਪ੍ਰੇਮਾ ਭਗਤੀ ਕਰਦੇ ਸਨ। ਜਦੋਂ ਪ੍ਰਹਿਲਾਦ ਜੀ ਨੇ ਕੋਲ ਜਾ ਕੇ ਆਖਿਆ ਕਿ ਭਗਵਾਨ ਜੀ, ਅਤੇ ਪ੍ਰਹਿਲਾਦ ਜੀ ਵੱਲ ਫਿਰ ਉਸ ਸਮੇਂ ਨਰਸਿੰਘ ਜਿਹੜਾ ਅਵਤਾਰ ਸੀ ਨਿਗਾਹ ਪਈ, ਉਦੋਂ ਸਾਰਾ ਕ੍ਰੋਧ ਸ਼ਾਂਤ ਹੋ ਗਿਆ। ਫਿਰ ਸੋ ਕਹਿਣ ਦਾ ਭਾਵ ਹੈ ਕਿ ਰੱਬ ਦੇ ਪਿਆਰੇ ਭਗਤ ਜਨ ਜਿਹੜੇ ਨੇ, ਉਹ ਹਰ ਸਮੇਂ ਨਿਕਟ ਵਰਤੀ ਹੁੰਦੇ ਨੇ, ਅਤੇ ਪ੍ਰਹਿਲਾਦ ਜੀ ਨੂੰ ਫਿਰ ਆਪਣੀ ਗੋਦ 'ਚ ਲੈ ਲਿਆ ਪਰਮੇਸ਼ਰ ਨੇ। ਇਸ ਤਰ੍ਹਾਂ ਗੁਰੂ ਸਵਾਰਿਓ ਜਿਹੜੇ ਉਹ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਹੈ,
ਨਾਨਕ ਅੰਕ ਸਮਾਈ ਹੈ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਭਾਈ ਮੈਂ ਐਸੇ ਮਾਲਕ ਦੀ ਗੋਦ ਵਿੱਚ ਸਮਾਇਆ ਹਾਂ, ਐਸੇ ਮਾਲਕ ਦੇ ਚਰਨਾਂ ਵਿੱਚ ਸਮਾਇਆ ਹੋਇਆ ਹਾਂ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ